सत श्री अकाल। खबर खास लैके मैं बलविंदर सिंह हाज़र हाँ। पंजाब च नजायज़ माइनिंग का मुद्दा अक्सर ही सुर्खियां च रहिंदा है। PTC न्यूज़ ने कई बार अजिहे मामले नशर किए ने जो रात के हनेरे च धड़ल्ले नाल नजायज़ माइनिंग की जा रही सी। अजिहा एक मामला डेरा बसी तो भी सामने आया तो उस दे नाल ही खुलासा होया गुंडा टैक्स की वसूली का, जिस दे खिलाफ अकाली दल ने हल्ला बोलिया तो इसे ते आधारित है साडी अज दी खास पेशकश। कैप्टन 5 साल मुख्यमंत्री रहा, 10 साल कांग्रेस नहीं आई। जय जिया करतूता होना आ कांग्रेसी MLA, कांग्रेसी मंत्री सारिया चीजों का माफिया का कंट्रोल उन्होंने अपने हाथ कर लिया। इन्होंने मन च एक गल है कि हुण तो आना नहीं 20-25 साल केरा गरीबी ला लो लुट के लाए, पर लुट के भजन नहीं देवांगे। थोनू सारा साबित ही होगा। अफसरों भी समझ नहीं आती भी भोग पै गया कांग्रेस का। अगले महीने ही देख रहे हो पटाके पै जाने। सरदार सुखबीर सिंह जी बादल साहब ने दोबारा फिर पंजाब की कमांड संभालनी है। इन्हां गुंडियां दा बदमाशां दा क्या बनूगा ये अपने आप ही एक पासे नजायज़ माइनिंग के जरिए सरकारी खजाने नूं हज़ारां करोड़ां दा चूना लाया जा रहा है तो दूजे पासे गुंडा टैक्स की वसूली आम लोगों की जेब ते डाके पा रही है। डेरा बसी तो अकाली विधायक NK शर्मा ने जो इसका खुलासा किया तो अकाली दल ने DC दफ्तर के बाहर धरना दे के कार्रवाई की मंग की। निजी फायदे दे लई किस तरह कुदरत नाल खिलवाड़ किया जा रहा है ਅਤੇ किस तरह सरकारी खजाने ਨੂੰ ਢਾਹ ਲਾਈ ਜਾ ਰਹੀ ਹੈ। ਇਹ ਤਸਵੀਰਾਂ ਇਸ ਦਾ ਸਬੂਤ ਨੇ। ਹਲਕਾ ਡੇਰਾ ਬੱਸੀ ਦੇ ਵਿੱਚ ਪੈਂਦੇ ਪਿੰਡ ਛੱਤ ਦੇ ਵਿੱਚ ਨਜਾਇਜ਼ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ। ਦਰਖਤ ਕੱਟੇ ਗਏ ਨੇ, ਜ਼ਮੀਨ ਨੂੰ ਕਈ ਫੁੱਟ ਡੂੰਘਾਈ ਤੱਕ ਪੁੱਟ ਦਿੱਤਾ ਗਿਆ, ਜਿਸ ਦੇ ਨਾਲ ਇਸ ਇਲਾਕੇ ਦੇ ਵਿੱਚ ਪੈਂਦੇ ਛੱਤਬੀੜ ਚਿੜੀਆ ਘਰ ਦੇ ਜਾਨਵਰਾਂ ਲਈ ਵੀ ਖਤਰਾ ਪੈਦਾ ਹੋ ਗਿਆ। ਪਰ ਸਰਕਾਰੀ ਅਮਲਾ ਬੇਸੁੱਧ ਹੈ। अकाली दल के विधायक NK शर्मा जो अपने साथियों नाल इस थां का जायजा लैण लई पहुंचे तो रेत के काले कारोबार नूं वेख के उन्हां दे भी होश उड़ गए। रेत माफिया मैं कह सकता गुंडा टैक्स माफिया आ। पिछले लगातार 1.5-2 साल तो पहला भी मैं कई बारी विजिट कराया, दिन रात इत्थे इलीगल माइनिंग करते हैं। और ये माइनिंग बकायदा CM साहब के एक एडवाइज़र हाँ फरीदकोट तो, ਉਹਨਾਂ ਦੀ ਰਹਿਨਮਾਈ ਹੇਠ ਆ JCB ਮਸ਼ੀਨ ਉਸ ਇਲਾਕੇ ਦੀ ਆ ਉਹਦਾ ਨੰਬਰ ਆ, ਤੁਸੀਂ ਦੇਖੋ ਉੱਥੋਂ ਮੈਨੂੰ ਪਰਚੀ ਮਿਲੀ ਆ JCB ਦਾ ਸਾਰਾ ਨੰਬਰ ਆ। ਦੀਪਕ ਮੋਂਗਾ
ਦੇਸਾ ਸਿੰਘ ਮੋਂਗਾ, ਮਨਦੀਪ ਸਿੰਘ ਮੋਂਗਾ ਵਰਗੇ ਉਹਦੇ ਡਾਇਰੈਕਟਰਾਂ ਇਸ ਕੰਪਨੀ ਦੇ ਬਾਬਾ ਫਰੀਦ ਸੋਲਵੈਕਸ ਪ੍ਰਾਈਵੇਟ ਲਿਮਟਿਡ ਦੇ ਨਾਂ ਤੇ ਆ। ਇਹ ਮਾਈਨਿੰਗ ਫੋਰੈਸਟ ਮਹਿਕਮੇ ਦੇ ਮੰਤਰੀ, ਇਸ ਜ਼ਿਲ੍ਹੇ ਦਾ ਮੰਤਰੀ, ਇਸ ਹਲਕੇ ਦਾ ਹਲਕਿਆ ਹੋਇਆ ਇੰਚਾਰਜ, ਉਹਦਾ ਭਰਾ ਜਿਹੜਾ ਫਰੀਦਕੋਟ ਤੋਂ ਐਮਐਲਏ ਆ ਉਹ ਆ, ਸੀਐਮ ਸਾਹਿਬ ਦਾ ਐਡਵਾਈਜ਼ਰ ਆ। ਇਹ ਰਲ ਕੇ ਦਿਨ ਰਾਤ ਜਿਹੜੀ ਮਾਈਨਿੰਗ ਕਰ ਰਹੇ ਆ। ਤੁਸੀਂ ਦੇਖੋ ਵੀ ਅਰਬਾਂ ਕਰੋੜਾਂ ਰੁਪਏ ਦਾ, ਜਦ ਕਿ ਇੱਕ ਵੀ ਇਲੀਗਲ ਲੀਗਲ ਅਲਾਟਡ ਮਾਈਨ ਨਹੀਂ ਹੈਗੀ। ਅਰਬਾਂ ਕਰੋੜਾਂ ਰੁਪਏ ਦਾ ਰੇਤਾ ਬਜਰੀ, ਮੇਰਾ ਗੱਲ ਕਈ ਹਜ਼ਾਰ ਕਰੋੜ ਰੁਪਏ ਦਾ ਇੱਥੋਂ ਵੇਚ ਕੇ ਖਾ ਗਏ। ਔਰ ਸਭ ਤੋਂ ਵੱਡੀ ਗੱਲ ਆ ਵੀ ਇਹ ਜਿੰਨੇ ਦਰਖਤਾਂ ਤੁਸੀਂ ਦੇਖ ਰਹੇ ਆ ਨਾ, ਜਦੋਂ ਮਹੀਨੇ ਕੇ ਬਾਅਦ ਆਉਂਗੇ ਕੋਈ ਦਰਖਤ ਤੁਹਾਨੂੰ ਨਜ਼ਰ ਨਹੀਂ ਆਊਗਾ। ਇਹ ਦਰਖਤ ਪੱਟ ਕੇ ਲੈ ਜਾਂਦੇ ਆ, ਫਿਰ ਰੇਤਾ ਬਜਰੀ ਆ ਜਿਹੜਾ ਪੱਟ ਕੇ ਉਹ ਸਾਰਾ ਵੇਚਦੇ ਆ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਸੂਬੇ ਦੇ ਵਿੱਚ ਨਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਦੀ ਵਸੂਲੀ ਦਾ ਧੰਦਾ ਦਿਨੋਂ ਦਿਨ ਵੱਧ ਰਿਹਾ ਹੈ ਅਤੇ ਪ੍ਰਸ਼ਾਸਨ ਦੀ ਨਮੋਸ਼ੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਨ ਵਾਲੀ ਹੈ। ਅਜਿਹੇ ਦੇ ਵਿੱਚ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਅਕਾਲੀ ਵਰਕਰਾਂ ਨੇ ਇਸ ਦੌਰਾਨ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਸਲੇ ਤੇ ਸਰਕਾਰ ਨੂੰ ਘੇਰਿਆ ਅਤੇ ਨਜਾਇਜ਼ ਮਾਈਨਿੰਗ ਨੂੰ ਸ਼ਹਿ ਦੇਣ ਦੇ ਇਲਜ਼ਾਮ ਲਗਾਏ। ਸੁਖਬੀਰ ਸਿੰਘ ਬਾਦਲ ਨੇ ਅਫਸਰਾਂ ਨੂੰ ਵੀ ਚੇਤਾਵਨੀ ਦਿੰਦੇ ਹੋਇਆਂ ਸਖਤ ਕਾਰਵਾਈ ਦੀ ਗੱਲ ਕਹੀ। ਅੱਜ ਦੀ ਤਰੀਕ 'ਚ ਕੋਈ ਵੀ ਲੀਗਲ ਮਾਈਨਿੰਗ ਨਹੀਂ ਹੈ। ਸੋ ਕਿਸੇ ਕੋਈ ਸਰਕਾਰੀ ਖਜ਼ਾਨੇ ਦੀ ਕੋਈ ਜਿਹੜਾ ਉਹਨੇ ਨਾਂ ਤੇ ਲੈ ਰਿਹਾ ਪੈਸਾ, ਉਹ ਡਕੈਤੀ ਕਰ ਰਿਹਾ ਹੈ, ਲੁੱਟ ਰਿਹਾ, ਤੇ ਐਸਐਸਪੀਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਇਲਾਕੇ 'ਚ ਕਿੰਨੀ ਲੁੱਟ ਚੱਲ ਰਹੀ ਹੈ। ਆ ਸਾਰੀ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ, ਦਲੇਰੀ ਫੜੋ। ਇੰਨਾ ਕਾਂਗਰਸੀਆਂ ਮੰਤਰੀਆਂ ਤੋਂ ਡਰਨਾ ਛੱਡੋ, ਕਿਉਂਕਿ ਆਹ ਤਾਂ ਮੰਤਰੀ ਹੁਣ 1.5 ਸਾਲ ਦੇ ਹੀ ਰਹਿ ਗਏ ਆ, ਉਮਰ ਇਹਨਾਂ ਦੀ ਖਤਮ ਆ। ਹੁਣ ਜੇ ਬੇਇਨਸਾਫੀ ਤੁਸੀਂ ਗਲਤ ਕਰੋਗੇ ਤੇ ਇਨਸਾਫ ਤੁਹਾਨੂੰ ਹੀ ਦੇਣਾ ਪੈਣਾ। ਇਹਨਾਂ ਨੇ 7 ਕਲਸਟਰ ਬਣਾਏ ਮੋਨੋਪੋਲੀ ਕਰਨ ਵਾਸਤੇ, ਆਪਣੀ ਚਹੇਤਿਆਂ ਨੂੰ ਰਿਜ਼ਰਵ ਪ੍ਰਾਈਸ ਤੇ ਦੇਤੇ, ਪਰ ਬੜੀ ਸ਼ਰਾਰਤ ਨਾਲ ਇੱਕ ਥੱਲੇ ਕਲੌਜ਼ ਪਾਤਾ ਕਿ ਇਹਨਾਂ ਨੇ ਜਦੋਂ 300 ਕਰੋੜ ਦੀ ਆਕਸ਼ਨ ਕੀਤੀ, ਕਹਿੰਦੇ ਜੀ ਪੈਸਾ ਤਾਂ ਦੇਣਾ ਪਊਗਾ ਜਦੋਂ ਸਾਰੀਆਂ ਕਲੀਅਰੈਂਸਸ ਮਿਲਣਗੀਆਂ ਸਰਕਾਰ ਤਰਫੋਂ। ਤੇ ਉਹਨੇ ਮਾਈਨਿੰਗ ਨਾਲ ਰਲ ਕੇ ਉਹਨਾਂ ਨੇ ਕਹਿਤਾ ਸਰਕਾਰ ਤੋਂ ਕਲੀਅਰੈਂਸ ਲੈਣ ਦੀ ਲੋੜ ਨਹੀਂ। ਉਹਨਾਂ ਨੇ ਕਲੀਅਰੈਂਸ ਦਿੱਤੀ ਨਹੀਂ। 6 ਮਹੀਨੇ ਹੋ ਗਏ, 7-8 ਮਹੀਨੇ ਹੋ ਗਏ, ਤਕਰੀਬਨ 250 ਕਰੋੜ ਰੁਪਇਆ ਖਜ਼ਾਨੇ ਦਾ ਲੁੱਟ ਕੇ ਲੈ ਗਏ। ਤੇ ਹੁਣ ਕੀ ਕਰਨਗੇ? ਹਲੇ ਵੀ ਨਹੀਂ ਸਰੈਂਡਰ। ਸਾਰੀਆਂ ਮਾਈਨਾਂ ਦਾ ਪਹਿਲੇ ਦਿਨ ਤੋਂ ਕਬਜ਼ਾ ਕਰ ਲਿਆ ਇਹਨਾਂ ਨੇ, ਪਰ ਸਰਕਾਰ ਨੂੰ ਪੈਸਾ ਨਹੀਂ ਦੇ ਰਿਹਾ। ਆਪ ਗੁੰਡਾ ਟੈਕਸ ਲੈ ਕੇ ਆਪਣੀ ਜੇਬਾਂ 'ਚ ਜਾ ਰਹੇ ਇਹਨਾਂ ਦੇ। ਡੇਰਾਬੱਸੀ ਦੇ ਵਿੱਚ ਹੋ ਰਹੇ ਨਜਾਇਜ਼ ਮਾਈਨਿੰਗ ਦਾ ਖੁਲਾਸਾ ਕਰਨ ਵਾਲੇ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਕ੍ਰੈਸ਼ਰ ਮਾਲਕਾਂ ਤੋਂ ਗੁੰਡਾ ਟੈਕਸ ਵਸੂਲੇ ਜਾਣ ਦਾ ਦਾਅਵਾ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਇਲਾਕੇ ਦਾ ਪੁਲਿਸ ਪ੍ਰਸ਼ਾਸਨ ਵੀ ਗੁੰਡਾ ਟੈਕਸ ਵਸੂਲਣ ਵਾਲਿਆਂ ਦਾ ਸਾਥ ਦੇ ਰਿਹਾ। ਤੁਸੀਂ ਜਾ ਕੇ ਦੇਖੋ, ਰਾਮਗੜ੍ਹ ਦੇ ਅੰਦਰ ਆ ਪ੍ਰਸ਼ਾਸਨ ਸੁਣ ਰਿਹਾ, ਪਹਿਲਾ ਨਾਕਾ ਪੁਲਿਸ ਦਾ ਆ ਤੇ ਸਾਹਮਣੇ ਆ ਗੁੰਡੇ ਬੈਠੇ ਆ ਜਿਹੜੇ ਬਜਰੀ ਤੇ ਰੇਤੇ ਦੇ ਟਰੱਕ ਰੋਕਦੇ ਆ। ਟੋਨੀ ਬੈਠਾ ਸਾਡਾ ਪ੍ਰਧਾਨ, ਪਰਸੋਂ ਉੱਥੇ ਇੱਕ ਰੇੜੀ ਵਾਲਾ ਕ੍ਰੈਸ਼ਰ ਵਾਲੇ ਤੋਂ ਕ੍ਰੈਸ਼ਰ ਦੀ ਰੇੜੀ ਲੈ ਕੇ ਆ ਗਿਆ, ਉਹਨੂੰ ਘੇਰੀ ਬੈਠੇਗਾ 1000 ਰੁਪਏ ਦਿਓ। ਫਿਰ ਪਿੰਡ ਵਾਲੇ ਇਕੱਠੇ ਹੋਏ ਤਾਂ ਉਹ ਬਦਮਾਸ਼ ਭੱਜੇ ਆ। ਕੱਲ ਮੈਂ ਆਪ ਕ੍ਰੈਸ਼ਰਾਂ ਦੇ ਭਜਾ ਕੇ ਆਇਆ, ਕ੍ਰੈਸ਼ਰ ਯੂਨੀਅਨ ਵਾਲਿਆਂ ਨੂੰ ਪੁੱਛ ਲਿਓ, ਉੱਥੇ ਗੁੰਡਾ ਟੈਕਸ ਲਾਈ ਬੈਠੇ ਸੀ। ਮਾਈਨਿੰਗ ਤੋਂ ਆਉਣ ਵਾਲਾ ਮਾਲੀਆ ਸਰਕਾਰ ਦੇ ਖਜ਼ਾਨੇ ਲਈ ਬੇहद ਜ਼ਰੂਰੀ ਹੁੰਦਾ ਹੈ, ਪਰ ਜੇ ਉਹ ਮਾਲੀਆ ਸਰਕਾਰ ਦੇ ਖਜ਼ਾਨੇ ਦੀ ਥਾਂ ਨੇਤਾਵਾਂ ਤੇ ਉਹਨਾਂ ਦੇ ਲੋਕਾਂ ਦੇ ਖਜ਼ਾਨੇ 'ਚ ਜਾਵੇਗਾ ਤਾਂ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਵੀ ਠੇਸ ਪਹੁੰਚਦੀ ਹੈ। ਪਰ ਇਸ ਸਭ ਦੇ ਬਾਵਜੂਦ ਸਰਕਾਰ ਵੱਲੋਂ ਇਸ ਤੇ ਕੋਈ ਸਖਤ ਕਾਰਵਾਈ ਨਾ ਕਰਨਾ ਸਰਕਾਰ ਦੀ ਮਨਸ਼ਾ ਉੱਤੇ ਸਵਾਲ ਜ਼ਰੂਰ ਖੜਾ ਕਰਦਾ ਹੈ। ਨਵੀਨ ਸੇਠੀ ਤੇ ਦਿਲਜੀਤ ਸਿੰਘ, ਪੀਟੀਸੀ ਨਿਊਜ਼, ਮੋਹਾਲੀ। ਨਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਦੀ ਵਸੂਲੀ ਕਰਨ ਵਾਲਿਆਂ ਨੂੰ ਸਰਕਾਰੀ ਤੰਤਰ ਦੀ ਸ਼ਹਿ ਹਾਸਲ ਹੈ। ਅਜਿਹੇ ਇਲਜ਼ਾਮ ਅਕਾਲੀ ਦਲ ਨੇ ਲਾਏ ਨੇ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਲੋਕਾਂ ਤੇ ਸ਼ਿਕੰਜਾ ਕਸੇ ਜਾਣ ਦੀ ਮੰਗ ਕੀਤੀ ਹੈ। ਕੈਪਟਨ 5 ਸਾਲ ਮੁੱਖ ਮੰਤਰੀ ਰਿਹਾ, 10 ਸਾਲ ਕਾਂਗਰਸ ਨਹੀਂ ਆਈ। ਜੈ ਜੀਆਂ ਕਰਤੂਤਾਂ ਹੁਣ ਆ ਕਾਂਗਰਸੀ ਐਮਐਲਏ, ਕਾਂਗਰਸੀ ਮੰਤਰੀ, ਸਾਰੀਆਂ ਚੀਜ਼ਾਂ ਦਾ ਮਾਫੀਆ ਦਾ ਕੰਟਰੋਲ ਉਹਨੇ ਆਪਣੇ ਹੱਥ ਕਰ ਲਿਆ। ਇਹਨਾਂ ਦੇ ਮਨ 'ਚ ਇੱਕ ਗੱਲ ਹੈ ਕਿ ਹੁਣ ਤਾਂ ਆਉਣਾ ਨਹੀਂ 20-25 ਸਾਲ, ਕੇਰਾ ਗਰੀਬੀ ਲਾ ਲਓ, ਲੁੱਟ ਕੇ ਲੈ ਜਾਓ, ਪਰ ਲੁੱਟ ਕੇ ਭੱਜਣ ਨਹੀਂ ਦੇਵਾਂਗੇ ਤੁਹਾਨੂੰ। ਸਾਰਾ ਹਿਸਾਬ ਇੱਥੇ ਹੀ ਹੋਊਗਾ ਤੁਹਾਡਾ। ਪੰਜਾਬ ਨਸ਼ਾ ਕਿਉਂ ਵਿਕ ਰਿਹਾ ਹੈ?
ਕਿਉਂਕਿ ਕਾਂਗਰਸ ਦੇ ਐਮਐਲਏ, ਇਹਨਾਂ ਦੇ ਹਲਕੇ ਇੰਚਾਰਜ, ਇਹਨਾਂ ਦੇ ਮਿਨਿਸਟਰ ਆਪਣੇ ਆਪਣੇ ਹਲਕਿਆਂ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਨੂੰ ਪੁਲਿਸ ਤੋਂ ਪ੍ਰੋਟੈਕਸ਼ਨ ਦਿੰਦੇ ਆ, ਕਿਉਂਕਿ ਮਹੀਨਾ ਲੈਂਦੇ ਉਹਨਾਂ ਤੋਂ। ਜਿਹੜੇ ਮੈਂ ਕਈ ਥਾਣੇਦਾਰ ਜਿਹੜੇ ਇਮਾਨਦਾਰ ਸੀ, ਮੋਗੇ ਕਈ ਜਗ੍ਹਾ ਤੇ ਮੈਂ ਲੱਗੇ, ਹਫ਼ਤੇ ਬਾਅਦ ਬਦਲ ਦਿੱਤੇ ਕਿਉਂਕਿ ਉਹਨਾਂ ਡਰੱਗ ਵਾਲਿਆਂ ਨੂੰ ਫੜਿਆ, ਕਿਉਂਕਿ ਮਹੀਨਾ ਲੈਂਦੇ ਆ। ਰੇਤਾ ਦੀ ਮਾਈਨਾਂ ਪੰਜਾਬ ਵਿੱਚ ਆਕਸ਼ਨ ਨਹੀਂ ਹੋਈਆਂ। ਪਿਛਲੇ ਸਾਲ ਇਹਨਾਂ ਨੇ ਬਿਆਨ ਦਿੱਤਾ ਸੀ ਜੀ 1000 ਕਰੋੜ ਇਕੱਠਾ ਕਰਾਂਗੇ, ਕੱਲਾ 30 ਕਰੋੜ ਇਕੱਠਾ ਹੋਇਆ। ਫਿਰ ਇਹਨਾਂ ਨੇ ਮਾਈਨਾਂ ਆਕਸ਼ਨ ਕੀਤੀਆਂ, ਫਿਰ ਉਹਦੀ ਸ਼ਰਤ ਲਾਤੀ ਕਿ ਪੈਸਾ ਮਾਈਨਾਂ ਜਿਨ੍ਹਾਂ ਨੂੰ ਮਿਲੀਆਂ ਉਹ ਤਾਂ ਭਰਨਗੇ ਸਰਕਾਰ ਨੂੰ ਜਦੋਂ ਕਲੀਅਰੈਂਸ ਸਰਕਾਰ ਦਊਗੀ। ਉਹਨੇ ਕੀਤਾ ਕਿ ਹੁਣ 5 ਮਹੀਨੇ ਹੋ ਗਏ, ਮਾਈਨਾਂ ਤੇ ਕਬਜ਼ਾ ਕਰ ਲਿਆ, ਪਰ ਸਰਕਾਰ ਨੇ ਕਿਹਾ ਕਲੀਅਰੈਂਸ ਹੀ ਨਾ ਦਿਓ। ਸੋ ਸਰਕਾਰ ਨੂੰ ਜਿਹੜਾ ਪੈਸਾ ਆਉਣਾ ਸੀ, ਸਾਲ ਹੋ ਗਿਆ ਆਪ ਹੀ ਖਾਈ ਜਾਂਦੇ ਆ, ਵਿੱਚ ਸਰਕਾਰ ਰਲੀ ਹੈ। ਅੱਜ ਦੀ ਤਰੀਕ ਕੋਈ ਮਾਈਨ ਆਪਰੇਟਰ ਪੂਰੇ ਪੰਜਾਬ 'ਚ ਕੋਈ ਮਾਈਨ ਚੱਲ ਨਹੀਂ ਰਹੀ। ਇਸ ਕਰਕੇ ਆ ਜਿਹੜਾ ਗੁੰਡਾ ਟੈਕਸ ਲੈਂਦੇ ਆ, ਰੋਕਦੇ ਆ, ਆਪਣੇ ਨਾਕੇ ਲਾਏ ਆ, ਸਾਰੇ ਇਲੀਗਲ ਹੈ, ਇਲੀਗਲ ਹੈ। ਮੈਂ ਐਸਐਸਪੀ ਨੂੰ ਕਹਿਣਾ ਚਾਹੁੰਦਾ, ਐਸਐਸਪੀ ਸਾਹਿਬ, ਐਸ ਤੇ ਡੀਸੀ ਸਾਹਿਬ, ਆ ਤੁਹਾਡਾ ਜ਼ਿਲ੍ਹਾ ਤੁਹਾਡੀ ਥੋੜੀ ਹੈ। ਜੇ ਤੁਸੀਂ ਆ ਕਾਨੂੰਨ ਦੀ ਰਖਵਾਲੀ ਨਹੀਂ ਕਰ ਸਕਦੇ ਫਿਰ ਗੁਨੇਗਾਰ ਤੁਸੀਂ ਵੀ ਆ। ਆ ਜਿਹੜੇ ਪੁਲਿਸ ਸੋਚਦੀ ਹੈ, ਅਫਸਰ ਸੋਚਦੇ ਆ ਕਿ ਅਸੀਂ ਜੋ ਮਰਜ਼ੀ ਨਜਾਇਜ਼ ਕੰਮ ਕਰ ਲਈਏ, ਸਰਕਾਰਾਂ ਦੇ ਸ਼ਹਿਰ ਤੇ ਕਰ ਲਈਏ, ਸਾਨੂੰ ਕੋਈ ਹੱਥ ਨਹੀਂ ਪਾ ਸਕਦਾ। ਮੈਂ ਇੰਨਾ ਦੱਸਣਾ ਚਾਹੁੰਦਾ ਭਾਰੀ ਸੰਗਤ, ਸਰਕਾਰ ਤੁਸੀਂ ਪੰਥ ਦੀ ਬਣਾ ਲਓ, ਸ਼੍ਰੋਮਣੀ ਅਕਾਲੀ ਦੇ ਬਣਾ ਦਿਓ, ਸਭ ਤੋਂ ਪਹਿਲੇ ਅਫਸਰਾਂ ਨੂੰ ਅੰਦਰ ਕਰਾਂਗੇ ਜਿਨ੍ਹਾਂ ਨੇ ਆ ਇਲੀਗਲ ਕੰਮ ਕੀਤਾ। ਜਿੱਥੇ ਜਿੱਥੇ ਮਾਈਨਿੰਗ ਹੋ ਰਹੀ ਹੈ, ਜਿੱਥੇ ਜਿੱਥੇ ਇਲੀਗਲ ਮਾਈਨਿੰਗ ਹੈ, ਉੱਥੇ ਐਸਐਚਓ ਕੌਣ ਹੈ, ਡੀਐਸਪੀ ਕੌਣ ਹੈ? ਜਦੋਂ ਇਹਨਾਂ ਨੂੰ ਥਾਣੇ 'ਚ ਫੜ ਕੇ ਅੰਦਰ ਕੀਤਾ, ਆਪਣੇ ਆਪ ਦੱਸਣਗੇ ਕਿਹਦੇ ਹੁਕਮ ਤੇ ਆਇਆ, ਉਹ ਮੰਤਰੀ ਵੀ ਨਾਲ ਦੇ ਨਾਲ ਜਾਊਗਾ। ਇਹਨਾਂ ਦੀ ਨੀਅਤ ਹੈ ਨਹੀਂ, ਕੈਪਟਨ ਦੀ ਨੀਅਤ ਸਾਫ਼ ਨਹੀਂ, ਇਹਨਾਂ ਦੇ ਮੰਤਰੀਆਂ ਦੀ ਨੀਅਤ ਸਾਫ਼ ਨਹੀਂ, ਇਹਨਾਂ ਦਾ ਨੀਅਤ ਇੱਕੋ ਹੀ ਲੁੱਟਣ ਦੀ। ਇੱਥੇ ਜ਼ਮੀਨਾਂ ਦਾ ਕਬਜ਼ਾ ਕਰੀ ਬੈਠੇ ਤੁਹਾਡੇ ਇੱਥੋਂ ਦੇ ਐਮਐਲਏ, ਕਿੰਨੀ ਠੱਗੀ ਮਾਰਦੇ ਆ। ਪਹਿਲੇ ਉਹਦਾ ਲੈਂਡ ਯੂਜ਼ ਐਗਰੀਕਲਚਰ ਰੱਖਦੇ ਆ, ਐਗਰੀਕਲਚਰ ਵੈਲਿਊ ਲੈਂਡ ਯੂਜ਼ ਦੀ ਘੱਟ ਹੈ, 30 ਲੱਖ 40 ਲੱਖ ਲੈ ਲੈਂਦੇ ਆ। ਅਗਲੀ ਵਾਰ ਕੈਬਨਿਟ ਲਿਆਉਂਦੇ ਆ, ਉਹਨੂੰ ਕਮਰਸ਼ੀਅਲ ਡਿਕਲੇਅਰ ਕਰਾਉਂਦੇ ਆ, ਤੇ ਉਹੀ ਜ਼ਮੀਨ 2-2 3-3 ਕਰੋੜ ਦੀ ਹੋ ਜਾਂਦੀ ਹੈ। ਕਿਸਾਨ ਵਿਚਾਰੇ ਤੋਂ ਲੈਂਦੇ ਆ 30 ਲੱਖ ਦੀ 40 ਲੱਖ ਦੀ, ਤੇ ਆਪ ਮਹੀਨੇ ਦੇ ਅੰਦਰ ਕਨਵਰਟ ਕਰਕੇ 2-2 3-3 ਕਰੋੜ ਦੀ ਅੱਗੇ ਬਣਾ ਲੈਂਦੇ ਆ। ਤੁਸੀਂ ਕਹਿੰਦਾ ਇੱਥੋਂ ਦੇ ਮੰਤਰੀ ਨੇ 150 ਕਿੱਲਾ ਮੁਹਾਲੀ ਕੀਤੀ ਹੈ। ਅੱਜ ਮੰਤਰੀ ਜੀ 2 ਸਾਲ ਬਾਅਦ ਹਿਸਾਬ ਤੁਹਾਨੂੰ ਦੇਣਾ ਪੈਣਾ, ਕਿੱਥੋਂ ਆਇਆ ਸੀ ਪੈਸਾ ਤੇ ਤੁਸੀਂ ਕਿਵੇਂ ਕਨਵਰਟ ਕੀਤਾ, ਕਿਵੇਂ 40 ਲੱਖ ਦੀ ਚੀਜ਼ ਨੂੰ 4 ਕਰੋੜ ਦਾ ਬਣਾਤਾ। ਖਬਰ ਖਾਸ ਅਜੇ ਵਕਤ ਇੱਕ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਇਸ ਕਾਲੀ ਖੇਡ ਦਾ ਖੁਲਾਸਾ ਕਰਨ ਵਾਲੇ ਵਿਧਾਇਕ ਦਾ ਕੀ ਕਹਿਣਾ ਹੈ। ਡੇਰਾਬੱਸੀ ਤੋਂ ਵਿਧਾਇਕ ਐਨਕੇ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਗੁੰਡਾ ਟੈਕਸ ਵਸੂਲਣ ਪਿੱਛੇ ਸਰਕਾਰ ਦੇ ਲੋਕਾਂ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਹੈ। ਹੋਰ ਕੀ ਕੁਝ ਕਿਹਾ ਉਹਨਾਂ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਗੁੰਡਾ ਟੈਕਸ ਤੇ ਇਲੀਗਲ ਮਾਈਨਿੰਗ ਨੂੰ ਲੈ ਕੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਫਿਰ ਐਨਕੇ ਸ਼ਰਮਾ ਫੇਸਬੁੱਕ ਤੇ ਲਾਈਵ ਹੁੰਦੇ ਹਨ, ਤੇ ਅੱਜ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਜਿਹੜਾ ਉਹ ਧਰਨਾ ਦਿੱਤਾ ਜਾਂਦਾ ਹੈ। ਗੱਲਬਾਤ ਕਰਦੇ ਹਾਂ। ਸ਼ਰਮਾ ਜੀ, ਅੱਜ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਲੋਕ ਇੱਥੇ ਪਹੁੰਚ ਗਏ ਨੇ, ਕੀ ਇੰਨੇ ਪਰੇਸ਼ਾਨ ਨੇ ਲੋਕੀ ਇਸ ਇਲੀਗਲ ਮਾਈਨਿੰਗ ਨੂੰ ਲੈ ਕੇ? ਦੇਖੋ 3 ਸਾਲ ਤੋਂ ਮੇਰੇ ਹਲਕੇ 'ਚ ਨੰਗੀ ਚਿੱਟੀ ਗੁੰਡਾਗਰਦੀ ਹੋ ਰਹੀ ਹੈ, ਜ਼ਮੀਨਾਂ ਦੇ ਕਬਜ਼ੇ ਹੋ ਰਹੇ ਆ, ਵਕੜ ਬੋਰਡ ਦੀਆਂ ਜ਼ਮੀਨਾਂ ਕਿਸਾਨਾਂ ਦੇ ਆ ਪਿੰਡਾਂ ਮਾਨਕਪੁਰ ਕੱਲਰ ਉਤੇ ਕਬਜ਼ਾ ਕਰਨ ਵਾਸਤੇ ਜ਼ਿਮੀਂਦਾਰ ਦੀ ਜ਼ਮੀਨ ਤੇ ਕਾਂਗਰਸੀਆਂ ਨੇ ਸਪਰੇਅ ਕਰਵਾਈ। ਦੱਸੋ, ਰਾਤ ਨੂੰ ਸਪਰੇਅ ਕਰਵਾਈ, ਵੀਡੀਓ ਖੜੀ ਕਣਕ ਤੇ ਸਪਰੇਅ ਕਰਵਾਤੀ। ਆ ਮਾਈਨਿੰਗ ਦੀ ਗੱਲ ਤੁਸੀਂ ਦੇਖ ਲਿਓ, ਚਿੜੀਆ ਘਰ ਜੂ ਪੂਰੇ ਹਿੰਦੁਸਤਾਨ ਦਾ ਫੇਮਸ ਆ, 3 ਕਿਲੋਮੀਟਰ ਤੱਕ 50-50 ਫੁੱਟ ਤੱਕ ਪੱਟਤਾ, ਦਰਖਤ ਵੀ ਪੱਟ ਲਏ।
ਮੈਨੂੰ ਦੱਸਿਆ ਵੀ ਉੱਥੇ ਹੋ ਰਹੀ ਆ ਮਾਈਨਿੰਗ। ਮੈਂ ਮੌਕੇ ਤੇ ਗਿਆ, ਜੇਸੀਬੀਆਂ ਟਰੱਕ ਲੈ ਕੇ ਭੱਜੇ। ਇੱਕ ਜੇਸੀਬੀ ਮੌਕੇ ਤੇ ਖੜੀ ਸੀਗੀ ਉੱਥੇ। ਉਹ ਹੈ ਕਿਹਦੀ ਆ? ਸੀਐਮ ਸਾਹਿਬ ਦਾ ਐਡਵਾਈਜ਼ਰ ਆ। ਐਡਵਾਈਜ਼ ਕਿਆ ਦਿੰਦਾ? ਗੁੰਡਾ ਟੈਕਸ ਕਲੈਕਸ਼ਨ, ਕਿਸ ਤਰ੍ਹਾਂ ਇਲੀਗਲ ਮਾਈਨਿੰਗ ਕਰਨੀ ਆ। ਉਹਨਾਂ ਦੇ ਖਾਸ ਮੋਂਗਾ ਸਾਹਿਬ। ਔਰ ਇਸੇ ਤਰ੍ਹਾਂ ਪੀਰ ਮਛਾਲੇ, ਇਸੇ ਤਰ੍ਹਾਂ ਖੇਲਣ ਮਾਲਣ, ਇਸੇ ਤਰ੍ਹਾਂ ਸਤਾਰਪੁਰ। ਅਜੇ ਤੱਕ ਇੱਕ ਵੀ ਅਲਾਉਡ ਨਹੀਂ ਹੋਈ। ਪੱਟ ਕੇ ਗੇਰਦੀਆਂ ਛੱਤ ਦਾ ਤਾਂ ਕਿਤੇ ਨਾਮ ਹੀ ਨਹੀਂ ਹੈ। ਫਿਰ ਗੁੰਡਾ ਟੈਕਸ ਸਰਿਆਮ ਸੜਕਾਂ ਦੇ ਵਸੂਲ ਕਰਦੇ ਆ, ਅੰਦਰ ਦੀਆਂ ਲਿੰਕ ਰੋਡਾਂ ਦੇ ਬੈਠੇ ਆ। ਜੇ ਜ਼ਿਮੀਦਾਰ ਕੋਈ ਮਿੱਟੀ ਦੀ ਟਰਾਲੀ ਘਰ ਵਾਸਤੇ ਲਿਆਇਆ, ਉਹਨੂੰ ਕਹਿੰਦੇ ਵੀ ਦੇ 2000 ਰੁਪਇਆ। ਜੇ ਹਰਿਆਣੇ ਤੋਂ ਰਾਇਲਟੀ ਦੇ ਕੇ GST ਦੇ ਕੇ ਟਰੱਕ ਅੰਦਰ ਵੜਦਾ, 4000 ਰੁਪਇਆ ਦੇ ਗੁੰਡਾ ਟੈਕਸ। ਇੱਧਰ ਪੁਲਿਸ ਖੜੀ ਆ, ਉੱਧਰ 15 ਬੈਠੇ। ਇਸੇ ਤਰ੍ਹਾਂ ਸੁਣਨਾ ਚੌਂਕ ਤੇ ਲਾਇਆ ਹੋਇਆ, ਜੌਲਾ ਚੌਂਕ ਤੇ ਲਾਇਆ ਹੋਇਆ। ਯਾਨੀ ਦੁਰਬਰ ਕਰਦੇ ਹਲਕੇ 'ਚ ਦਹਿਸ਼ਤ ਇਕੱਠੀ ਕਰੀ ਪਈ ਆ ਇਹਨਾਂ ਗੁੰਡਾਂ ਨੇ। ਔਰ ਬਦਮਾਸ਼ੀ ਐਡੀ, ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਆ ਵੀ ਅਸੀਂ ਗੁੰਡਾ ਟੈਕਸ ਨਹੀਂ ਜੀ, ਇਹ ਰੈਲਟੀ ਆ। ਵੀ ਤੁਹਾਡੇ ਬਾਪ ਨੇ ਜਜੀਆ ਲਾਇਆ ਪੰਜਾਬ 'ਚ, ਜਾਂ ਅਮਰਿੰਦਰ ਸਿੰਘ ਨੇ ਨਵਾਂ ਟੈਕਸ ਲਾ ਦਿਆ ਵੀ ਸੜਕਾਂ ਤੇ ਗੱਡੀਆਂ ਰੋਕ ਕੇ ਲਿਓ। ਜੇ ਕੋਈ ਮਾਈਨਿੰਗ ਵੀ ਕਰਦਾ ਨਾ, ਜੇ ਲੀਗਲ ਮਾਈਨਿੰਗ ਵੀ ਹੋਏ ਤਾਂ ਵੀ ਰਿਐਲਿਟੀ ਘੱਗਰ ਦੇ ਅੰਦਰ ਲਈ ਜਾਂਦੀਆਂ। ਸੜਕਾਂ ਤੇ ਆ ਕੇ ਗੁੰਡਾ ਟੈਕਸ ਥੋੜੀ ਕੋਈ ਵਸੂਲ ਕਰਦਾ ਹੈਗਾ। ਕੱਲ ਮੈਂ ਗਿਆ, ਉਸ ਟਾਈਮ ਵੀ ਕ੍ਰੈਸ਼ਰ ਯੂਨੀਅਨ ਦੇ ਸਾਹਮਣੇ ਉਹ ਗੁੰਡੇ ਨਾਕਾ ਲਾਈ ਬੈਠੇ ਤੇ ਫਿਰ ਭੱਜੇ। OSD ਦੀ ਸ਼ਾਇਦ ਸਭ ਕੁਝ ਹੋ ਰਿਹਾ ਤੁਸੀਂ ਕਹਿ ਰਹੇ ਹੋ, ਤੇ ਤੁਹਾਨੂੰ ਲੱਗਦਾ ਹੈ ਕਿ ਉਹ ਰੁਕ ਪਾਵੇਗਾ ਜਦ ਹਾਥੀ CM ਦਾ ਹੋਵੇ ਉਹਦੇ ਉੱਤੇ? ਦੇਖੋ, ਤੁਹਾਡੀ ਗੱਲ ਬਿਲਕੁਲ ਸਹੀ ਆ। ਮੈਂ ਕ੍ਰੈਸ਼ਰ ਯੂਨੀਅਨ ਨੂੰ ਨਾਲ ਲੈ ਕੇ ਮੈਮੋਰੈਂਡਮ ਦੇ DC ਨੂੰ, ਉਹਦੇ ਰਿਜ਼ਲਟ ਕਿਆ ਹੋਏ? ਕ੍ਰੈਸ਼ਰ ਸੀਲ ਹੋ ਗਏ, ਪ੍ਰਧਾਨ ਦਾ, ਵਾਈਸ ਪ੍ਰਧਾਨ ਦਾ, ਜਨਰਲ ਸਕੱਤਰ ਦਾ। ਉਹਨਾਂ ਦੇ ਪਰਚੇ ਦਰਜ ਹੋ ਗਏ। ਅਸੀਂ ਰੋਕਾਂਗੇ, ਜੇ ਪ੍ਰਸ਼ਾਸਨ ਨਹੀਂ ਰੋਕੂਗਾ, ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜੂਗਾ ਔਰ ਇਹਨਾਂ ਨੂੰ ਭਜਾਵਾਂਗੇ ਗੁੰਡਿਆਂ ਨੂੰ। ਇਹਨਾਂ ਦੀ ਬਦਮਾਸ਼ੀ ਖਤਮ ਕਰਾਂਗੇ। ਜਿਹੜੇ ਰਲ ਕੇ ਕਰ ਰਹੇ ਆ, ਚਾਹੇ ਉਹ ਕਿੱਕੀ ਢਿੱਲੋਂ ਆ, ਚਾਹੇ ਸਾਡੇ ਹਲਕੇ ਦਾ ਹਲਕਿਆ ਹੋਇਆ ਇੰਚਾਰਜ ਤਪਿੰਦਰ ਢਿੱਲੋਂ ਆ, ਚਾਹੇ ਉਹ ਬਲਬੀਰ ਸਿੱਧੂ ਆ, ਚਾਹੇ ਕੋਈ ਵੀ ਆ। ਜਿਹੜੇ ਆ ਇਹਨਾਂ ਨੇ ਸਮਝ ਲਿਆ ਵੀ ਹੁਣ ਲੁੱਟ ਲਿਓ ਪੰਜਾਬ ਨੂੰ, ਵੀ ਇਹਦੇ ਕੋਈ ਵਾਰਸ ਨਹੀਂ ਰਹੇ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਰਹਿਨੁਮਾਈ ਕਰਦਾ, ਪੰਜਾਬ ਦਾ ਵਾਰਸ ਆ। ਡਟ ਕੇ ਲੜਾਈ ਲੜੂਗਾ ਜ਼ੁਲਮ ਦੇ ਖਿਲਾਫ। ਅਸੀਂ ਸਦਾ ਲੜਦੇ ਰਹੇ ਹਾਂ ਔਰ ਅੱਗੇ ਵੀ ਲੜਾਂਗੇ। ਪਹਿਲਾਂ ਪ੍ਰੈਸ ਕਾਨਫਰੰਸ ਕੀਤੀ, ਫਿਰ ਤੁਸੀਂ ਲਾਈਵ ਹੋਏ, ਅੱਜ ਧਰਨਾ ਵੀ ਲਾਇਆ, ਤਾਂ ਮੈਮੋਰੈਂਡਮ ਵੀ ਦੇ ਦਿੱਤਾ। ਅਗਲਾ ਸਟੈਪ ਕੀ ਰਹਿਣ ਵਾਲਾ? ਕਿਉਂਕਿ ਇਹ ਇਸ਼ੂ ਕੱਲਾ ਇੱਥੋਂ ਦਾ ਨਹੀਂ ਹੈਗਾ, ਪੂਰੇ ਪੰਜਾਬ 'ਚ ਇਦਾਂ ਦੀ ਖਬਰ ਆ ਰਹੀ। ਲੜਾਈ ਸ਼੍ਰੋਮਣੀ ਅਕਾਲੀ ਦਲ ਆਪਣੀ ਲੜਾਈ ਬਣਾ ਕੇ ਲੜੂਗਾ, ਸੜਕਾਂ ਤੇ ਲੜੂਗਾ, ਕੋਰਟਾਂ 'ਚ ਲੜੂਗਾ, ਵਿਧਾਨ ਸਭਾ 'ਚ ਲੜੂਗਾ। ਔਰ ਇਹਨਾਂ ਗੁੰਡਿਆਂ ਨੂੰ ਗੁੰਡਾ ਟੈਕਸ ਵਸੂਲ ਨਹੀਂ ਕਰਨ ਦੇਵਾਂਗੇ, ਸਾਡੀ ਜ਼ਿੰਮੇਵਾਰੀ ਹੈ। ਧੰਨਵਾਦ ਜੀ। NK ਸ਼ਰਮਾ ਸਾਡੇ ਨਾਲ ਸੀ, ਦੱਸ ਰਹੇ ਸਨ ਕਿ ਹਰ ਮੋੜ ਤੇ ਜਿਹੜੀ ਹੈ ਉਹ ਇਸ ਤਰੀਕੇ ਦੀ ਲੜਾਈ ਜਿਹੜੀ ਲੜੀ ਜਾਏਗੀ। ਵਿਧਾਨ ਸਭਾ ਦੇ ਵਿੱਚ ਵੀ ਇਸ਼ੂ ਚੱਕਿਆ ਜਾਏਗਾ ਤੇ ਲੋੜ ਪਈ ਤਾਂ ਕੋਰਟ ਦਾ ਵੀ ਰੁਖ ਕੀਤਾ ਜਾਏਗਾ। ਕੈਮਰਾਮੈਨ ਸੁਰੇਸ਼ ਦੇ ਨਾਲ ਨਵੀਨ ਸੇਠੀ, PTC ਨਿਊਜ਼, ਮੋਹਾਲੀ। ਖਬਰ ਖਾਸ ਅੱਜ ਲਈ ਇੰਨਾ ਹੀ। ਤੁਸੀਂ ਵੇਖਦੇ ਰਹੋ PTC ਨਿਊਜ਼।